ਔਕੜਾਂ ਦੀ ਛੱਡ ਦੇ ਤੂੰ ਹਿੱਕ ਨਾਪਣੀ, ਉੱਠ ਜਾ ਕੇ ਲਿਖ ਤਕਦੀਰ ਆਪਣੀ, ਲੰਘ ਜਾ ਹਾਲਾਤਾਂ ਵਿੱਚੋਂ ਚੀਰ ਕਰਕੇ, ਨਿਕਲ ਨਿਸ਼ਾਨੇ ਵੱਲ ਤੀਰ ਬਣ ਕੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬ ਸਕਸੈਸ ਟਰੀ ਤੇ ਮੈਂ ਹਾਂ ਜੀ ਤੁਹਾਡਾ ਪੰਜਾਬੀ ਮੈਂਟੋਰ ਗੁਰਮਨ ਸੰਧੂ। ਖੁਸ਼ੀ ਦੀ ਗੱਲ ਹੈ ਕਿ 2023 ਦੇ ਵਿੱਚ PCS ਦਾ ਐਗਜ਼ਾਮ ਅਸੀਂ ਹੁੰਦਾ ਵੇਖਾਂਗੇ ਤੇ ਛੇਤੀ ਨੋਟੀਫਿਕੇਸ਼ਨ ਸਾਨੂੰ ਮਿਲ ਜਾਏਗੀ। ਅੱਜ ਦੀ ਗੁਫ਼ਤਾਰ ਹੋਏਗੀ CSET ਬਾਰੇ। ਸੋ ਬਹੁਤਿਆਂ ਦਾ ख्वाब ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਫਸਰ ਬਣੀਏ। ਸੋ ਸੁਪਨੇ ਨੂੰ ਸੱਚ ਕਰਕੇ ਮਾਂ-ਬਾਪ ਦੀ ਅੱਖਾਂ ਦੀ ਠੰਡਕ ਬਣੀਏ। ਜਿਹੜੇ ਤਾਂ ਤਿਆਰੀ ਕਰ ਰਹੇ ਸੀ ਤੇ ਜਿਨ੍ਹਾਂ ਨੇ ਤਿਆਰੀ ਸ਼ੁਰੂ ਕਰਨੀ ਆ ਉਹਨਾਂ ਲਈ ਇਹ ਜਿਹੜਾ ਲੈਕਚਰ ਆ ਬਹੁਤ ਲਾਹੇਵੰਦ ਹੋਣ ਵਾਲਾ ਹੈ। ਇਹਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਨੂੰ ਡਿਸਕਸ ਕਰਾਂਗੇ ਕਿ ਪੰਜਾਬੀ ਦੇ ਸਵਾਲ ਕਿੰਨੇ ਕੁ ਆਣਗੇ, ਕਿਵੇਂ ਦੇ ਆਣਗੇ, ਕੀ ਉਹਨਾਂ ਦਾ ਲੈਵਲ ਹੋਏਗਾ, ਕਿਵੇਂ ਉਹਨਾਂ ਨੂੰ ਹੱਲ ਕੀਤਾ ਜਾ ਸਕਦਾ ਤੇ ਉਹਦੇ ਰਿਲੇਟਡ ਅਸੀਂ ਕਿਵੇਂ ਆਪਣੀ ਜਿਹੜੀ ਵਿਉਂਤ ਹੈ ਬਣਾਉਣੀ ਹੈ। ਮੇਰੇ ਨਾਲ ਜੁੜ ਰਹੇ ਸਾਰੇ ਦੋਸਤਾਂ ਨੂੰ ਮੈਂ ਖੁਸ਼ਾਮਦੀਦ ਕਰਦਾ, ਮਰਹਬਾ ਆਖਦਾ ਹਾਂ। ਆਵਾਜ਼ ਆ ਰਹੀ ਹੈ ਜੀ ਹੁਣ? ਆਪਣੀ ਤਬੀਅਤ ਦਾ ਹਾਲ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਮੈਨੂੰ ਜ਼ਰੂਰ ਦੱਸ ਦਿਓ ਤਾਂ ਜੋ ਆਪਾਂ ਕਰੀਏ ਲੈਕਚਰ ਸ਼ੁਰੂ। CSET ਬਾਰੇ ਦੋ ਚਾਰ ਗੱਲਾਂ ਕਰਦੇ ਹਾਂ ਆਪਾਂ। ਇੰਟਰੋਡਕਸ਼ਨ। CSET ਦੇ ਵਿੱਚ ਐਪਟੀਟਿਊਡ ਹੁੰਦਾ ਹੈ ਨਾ। ਇਹਦੇ ਵਿੱਚ ਇੱਕ ਵਿਅਕਤੀ ਦਾ, ਇੱਕ ਸਟੂਡੈਂਟ ਦਾ ਕੈਲੀਬਰ ਪਛਾਣਿਆ ਜਾਂਦਾ, ਉਹਦਾ ਟੈਲੈਂਟ, ਉਹਦੇ ਸਕਿੱਲਸ, ਉਹਦੀ ਜਿਹੜੀ ਨੌਲੇਜ ਆ, ਉਹਦੀ ਸੀਮਾ ਕਿੰਨੀ ਕੁ ਆ, ਉਹ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਸਮਝਿਆ ਜਾਂਦਾ ਅਲੱਗ-ਅਲੱਗ ਸਬਜੈਕਟਾਂ ਦੇ ਰਾਹੀਂ ਵੀ ਉਹਦੇ ਵਿੱਚ ਯੋਗਤਾ ਕਿੰਨੀ ਆ, ਸਮਰੱਥਾ ਕਿੰਨੀ ਆ, ਕਿਸੇ ਚੀਜ਼ ਨੂੰ ਅਡੈਪਟ ਕਰਨ ਦੀ ਪਾਵਰ ਕੀ ਆ। ਸੋ ਉਹਨਾਂ ਦੇ ਰਿਲੇਟਡ ਹੀ ਇਹਦੇ ਵਿੱਚ ਜਿਹੜੇ CSET ਦੇ ਵਿੱਚ ਨੇ ਸਵਾਲ ਬਣਦੇ ਹੁੰਦੇ ਨੇ। ਇਹ ਆਪਾਂ ਵੇਖਣਾ ਹੈ ਵੀ ਪੰਜਾਬੀ ਵੀ ਇਹਦੇ ਵਿੱਚ ਕਿੰਨੀ ਇੰਪੋਰਟੈਂਟ ਰੋਲ ਅਦਾ ਕਰਦੀ ਆ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਲਾਜ਼ਮੀ ਪੇਪਰ ਬਣਾਇਆ। ਸੋ ਸਾਨੂੰ ਪੂਰੀ ਉਮੀਦ ਹੈ ਕਿ ਇਹ ਪੇਪਰ ਦੇ ਵਿੱਚ ਵੀ ਜਿਹੜੇ ਪੰਜਾਬੀ ਦੇ ਸਵਾਲ ਨੇ ਬੜੇ ਪੁੱਛੇ ਜਾਣਗੇ। 80 ਨੰਬਰਾਂ ਦਾ ਜਿਹੜਾ ਇਹ ਪੇਪਰ 80 ਸਵਾਲਾਂ ਦਾ ਇਹ ਪੇਪਰ ਹੁੰਦਾ, ਠੀਕ ਹੈ ਜੀ, ਪਤਾ ਹੀ ਹੈ ਸਭ ਨੂੰ। ਤੇ 200 ਨੰਬਰ ਉਹਦੇ ਬਣਦੇ ਨੇ, ਜਿਹਦੇ ਵਿੱਚੋਂ 13 ਤੋਂ ਲੈ ਕੇ 17-18 ਕੁਐਸਚਨਾਂ ਤੱਕ ਪੰਜਾਬੀ ਦੇ ਸਵਾਲ ਆਉਣਗੇ, ਠੀਕ ਹੈ ਜੀ। ਇਹ ਕੁਆਲੀਫਾਈ ਹੋ ਸਕਦਾ, ਮੈਰਿਟ ਬੇਸ ਹੋ ਸਕਦਾ, ਇਹਦੇ ਵਿੱਚ ਹਜੇ ਵਿਵਾਦ ਆ, ਕੋਈ ਸਾਨੂੰ ਇਹਦੇ ਤੇ ਸ਼ੋਰਿਟੀ ਨਹੀਂ ਹੈਗੀ। ਸੋ ਨੋਟੀਫਿਕੇਸ਼ਨ ਜਦੋਂ ਮਰਜ਼ੀ ਆਵੇ, ਅਸੀਂ ਆਪਣੀ ਤਿਆਰੀ ਹੈ ਜਿਹੜੀ ਅੱਜ ਤੋਂ ਸ਼ੁਰੂ ਕਰਨੀ ਹੈ। ਆਪਾਂ ਤੁਪਕਾ ਕਰਕੇ ਧਾਰ ਬਣਾਉਣੀ ਆ, ਡਰੋਪ ਬਾਈ ਡਰੋਪ ਚੱਲਣਾ, ਬ੍ਰਿਕ ਬਾਈ ਬ੍ਰਿਕ ਚੱਲਣਾ ਤੇ ਸਟੈਪ ਬਾਈ ਸਟੈਪ ਚੱਲ ਕੇ ਜ਼ਿੰਦਗੀ ਨੂੰ ਸਫਲ ਬਣਾਉਣਾ ਤੇ ਮਕਸਦ ਦੇ ਨੇੜੇ ਪਹੁੰਚਣਾ, ਠੀਕ ਹੈ ਜੀ। ਜੇ ਆਪਾਂ ਕਰੀਏ ਸਿਲੇਬਸ ਦੀ ਗੱਲ, ਇਹ ਉਹਨਾਂ ਨੇ ਸਿਲੇਬਸ ਦਿੱਤਾ ਹੋਇਆ ਅੰਗਰੇਜ਼ੀ ਪੰਜਾਬੀ ਦੋਨਾਂ ਜ਼ੁਬਾਨਾਂ ਦੇ ਵਿੱਚ ਹੀ ਸੇਮ ਚੀਜ਼ਾਂ ਪੁੱਛੀਆਂ ਜਾਣਗੀਆਂ। ਪੰਜਾਬੀ ਲੈਂਗੁਏਜ ਕੰਪਰੀਹੈਂਸ਼ਨ, ਅਣਡਿੱਠੇ ਪਹਿਰੇ ਬਹੁਤ ਇੰਪੋਰਟੈਂਟ ਹੋਣਗੇ, ਅੱਗੇ ਗੱਲ ਕਰਾਂਗੇ। ਵਿਰੋਧੀ ਤੇ ਸਮਾਨਾਰਥਕ, ਵਿਆਕਰਣ, ਗ੍ਰਾਮਰ, ਸੈਂਟੈਂਸ ਫਾਰਮੇਸ਼ਨ, ਇਹ ਸਾਰਾ ਕੁਝ ਇਹਦੇ ਵਿੱਚ ਆਪਾਂ ਕਰਾਂਗੇ। ਸਾਰੀ ਜਾਣਕਾਰੀ ਤੁਹਾਨੂੰ ਅਗਲੇ ਲੈਕਚਰਾਂ ਦੇ ਵਿੱਚ ਬਿਲਕੁਲ ਡੀਪਲੀ ਸਮਝਾਈ ਜਾਊਗੀ। ਤੁਹਾਡਾ ਸਮਾਂ ਹੈ ਜਿਹੜਾ ਬਹੁਤ ਕੀਮਤੀ ਹੈ ਤੇ ਮੈਂ ਬਿਲਕੁਲ ਵੀ ਗੁਸਤਾਖੀ ਨਹੀਂ ਕਰਨ ਵਾਲਾ। ਕੁਆਲਿਟੀ ਬੇਸ ਕੰਮ ਕਰਨਾ ਹੈ ਆਪਾਂ, ਠੀਕ ਹੈ ਜੀ। ਜੇ ਕਰੀਏ ਗੱਲ ਆਪਾਂ ਸਿਲੇਬਸ ਦੀ ਵੀ, ਪੰਜਾਬੀ ਦੇ ਵਿੱਚੋਂ ਕਿਵੇਂ ਦੇ ਸਵਾਲ ਬਣਨਗੇ 2015, 2018 ਤੇ 2021 ਦੇ ਪੇਪਰਾਂ ਤੇ ਆਪਾਂ ਝਾਤ ਮਾਰਾਂਗੇ ਤੇ ਲੈਵਲ ਚੈੱਕ ਕਰਾਂਗੇ ਕਿੱਦਾਂ ਦੇ ਸਵਾਲ ਪੁੱਛੇ ਗਏ ਨੇ ਤੇ ਪੁੱਛੇ ਜਾਣਗੇ, ਠੀਕ ਹੈ ਜੀ। ਅਣਡਿੱਠਾ ਪਹਿਰਾ, ਇਹਦੇ ਵਿੱਚ ਇੱਕ ਪਹਿਰਾ ਹੋਊਗਾ, ਸਾਨੂੰ ਸਵਾਲ ਪੁੱਛੇ ਜਾਣਗੇ, ਅੱਗੇ ਕਰਦੇ ਹਾਂ ਡਿਸਕਸ। ਵਿਆਕਰਣ ਪੁੱਛੀ ਜਾਏਗੀ ਜਿਹਦੇ ਵਿੱਚ ਚਾਰੇ ਪਾਰਟ ਆ ਜਾਣਗੇ, ਵਰਨ ਬੋਧ ਆ ਜਾਏਗਾ, ਅਰਥ ਬੋਧ ਆ ਜਾਏਗਾ, ਠੀਕ ਹੈ ਜੀ। ਮੁਹਾਵਰੇ, ਈਡੀਅਮਸ, ਅਖਾਣ, ਫਰੇਸ, ਮੁਹਾਵਰੇ ਅਖਾਣ ਸਾਰੇ ਆਉਣਗੇ, ਅਗੇਤਰ ਪਿਛੇਤਰ ਆਉਣਗੇ, ਸਮਾਨਾਰਥਕ, ਵਿਰੋਧੀ ਸ਼ਬਦ, ਬਹੁਆਰਥਕ, ਟਰਾਂਸਲੇਸ਼ਨ ਤੇ ਵਾਕ ਰਚਨਾ, ਸ਼ੁੱਧ ਅਸ਼ੁੱਧ, ਇਹ ਜਿਹੜੇ ਸਾਰੇ ਨੇ ਨਾ, ਇਹਨਾਂ ਵਿੱਚੋਂ ਹੀ ਆਪਾਂ ਨੂੰ ਸਵਾਲ ਬਣ ਕੇ ਆਉਣਗੇ। ਇਹਨਾਂ ਚੀਜ਼ਾਂ ਬਾਰੇ ਹੀ ਆਪਾਂ ਜਾਣਕਾਰੀ ਆਉਣ ਵਾਲੇ ਲੈਕਚਰਾਂ ਦੇ ਵਿੱਚ ਇਕੱਠੀ ਕਰਨੀ ਆ। ਸਾਰਾ ਕੁਝ ਮਿਲੇਗਾ ਜੀ, ਸਾਰਾ ਕੰਟੈਂਟ ਤੁਹਾਨੂੰ ਦਿੱਤਾ ਜਾਊਗਾ। ਬਿਲਕੁਲ ਪਰਵਾਹ ਨਹੀਂ ਕਰਨੀ, ਤੁਸੀਂ ਮੇਰੇ ਨਾਲ ਜੁੜੇ ਹੋ, ਤੁਸੀਂ ਮੇਰੇ ਤੇ ਵਿਸ਼ਵਾਸ ਕਰੋ। ਪੇਪਰ ਆਪਾਂ ਕਲੀਅਰ ਕਰਕੇ ਛੱਡਣਾ, ਪਿੱਠ ਨਹੀਂ ਲੱਗਣ ਦੇਣੀ।
ਜੇ ਆਪਾਂ ਇਹਦੀ ਗੱਲ ਕਰੀਏ, ਆਪਣੀ ਵਿਉਂਤ ਦੀ ਗੱਲ ਕਰੀਏ ਪੰਜਾਬੀ ਪੇਪਰ ਦੇ ਵਿੱਚ, ਤਾਂ ਵਿਆਕਰਣ 4 ਹਿੱਸਿਆਂ ਦੇ ਵਿੱਚ ਵੰਡੀ ਗਈ ਹੈ, ਜਿਹਦੇ ਵਿੱਚ ਵਰਨ ਬੋਧ ਆ ਜਾਂਦਾ, ਅੱਗੋਂ ਇਹਦੇ ਵਿੱਚ ਧੁਨੀ ਵਿਉਂਤ ਆ ਜਾਂਦੀ ਆ, ਖੰਡੀ, ਖੰਡੀ, ਇਹ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ। ਸ਼ਬਦ ਬੋਧ ਦੇ ਵਿੱਚ 8 ਇਹਦੀਆਂ ਸ਼੍ਰੇਣੀਆਂ ਨੇ, ਨਾਮ, ਪੜਨਾਮ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ, ਕਾਰਕ, ਉਹ ਸਭ ਇਹਦੇ ਵਿੱਚ ਆਉਣਗੇ। ਇਹਨਾਂ ਚੀਜ਼ਾਂ ਦੀ ਸਾਨੂੰ ਸਮਝ ਆਉਣੀ ਚਾਹੀਦੀ ਹੈ, ਤਾਂ ਹੀ ਜਿਹੜੇ ਅਣਡਿੱਠੇ ਪੈਰੇ ਨੇ ਉਹਨਾਂ ਨੂੰ ਅਸੀਂ ਕੌਨਫੀਡੈਂਸ ਨਾਲ ਕਰ ਪਾਵਾਂਗੇ। ਵਾਕ ਬੋਧ ਦੇ ਵਿੱਚ ਬਣਤਰ ਦੇ ਆਧਾਰ ਤੇ ਵਾਕ ਜਿਹੜਾ 3 ਭਾਗਾਂ ਦੇ ਵਿੱਚ ਵੰਡਿਆ ਗਿਆ, ਸਧਾਰਨ ਵਾਕ, ਸੰਯੁਕਤ ਵਾਕ ਤੇ ਜਿਹੜਾ ਮਿਸ਼ਰਤ ਵਾਕ, ਠੀਕ ਹੈ, ਉਹ ਸਾਰਾ ਕੁਝ ਆਪਾਂ ਇਹਦੇ ਵਿੱਚ ਕਰਾਂਗੇ। ਅਰਥ ਬੋਧ ਦੇ ਵਿੱਚ ਹੀ ਜਿਹੜਾ ਆਪਣੇ ਅਣਡਿੱਠੇ ਪੈਰੇ, ਸਮਾਨਾਰਥਕ, ਵਿਰੋਧੀ ਸ਼ਬਦ, ਬਹੁਤੇ ਅਰਥਾਂ ਦੀ ਥਾਂ ਇੱਕ ਸ਼ਬਦ, ਮੁਹਾਵਰੇ ਤੇ ਅਖਾਣ। ਤੁਹਾਨੂੰ ਪਤਾ ਹੋਏਗਾ ਵੀ ਜਿਹੜਾ ਮੁਹਾਵਰਾ ਰੂਪ ਦੇ ਪੱਖੋਂ ਛੋਟਾ ਹੋਊਗਾ ਤੇ ਜਿਹੜਾ ਇਹਦਾ ਅਖੀਰ ਹੋਊਗਾ ਉਣਾਣਾ ਜਾਂ ਨੰਨੇ ਤੋਂ ਹੋਊਗਾ। ਅਣਾਣੇ ਨੂੰ ਕੰਨਾ ਹੋ ਸਕਦਾ ਹੈ, ਨੰਨੇ ਨੂੰ ਕੰਨਾ ਹੋ ਸਕਦਾ ਹੈ, ਅਣਾਣੇ ਨੂੰ ਬਿਹਾਰੀ ਹੋ ਸਕਦੀ ਹੈ, ਨੰਨੇ ਨੂੰ ਬਿਹਾਰੀ ਹੋ ਸਕਦੀ ਹੈ। ਇਹ ਤਾਂ ਇਹਦੀ ਪਛਾਣ ਆ। ਇੱਦਾਂ ਦੇ ਸਵਾਲ ਪੁੱਛੇ ਜਾਣਗੇ ਆਪਾਂ ਨੂੰ। 3 ਤਰ੍ਹਾਂ ਦੇ ਸਵਾਲ ਮੁਹਾਵਰਿਆਂ 'ਚੋਂ ਪੁੱਛੇ ਜਾਂਦੇ ਨੇ। ਜਾਂ ਤੇ ਆਪਾਂ ਨੂੰ ਇੱਕ ਸ਼ਬਦ ਦਿੱਤਾ ਹੋਊਗਾ, ਮੁਹਾਵਰਾ ਪੂਰਾ ਕਰਨਾ ਹੋਊਗਾ ਆਪਾਂ, ਤੇ ਜਾਂ ਅਰਥ ਦਿੱਤਾ ਹੋਊਗਾ, ਮੁਹਾਵਰਾ ਦੱਸਣਾ, ਤੇ ਜਾਂ ਮੁਹਾਵਰਾ ਦਿੱਤਾ ਹੋਊਗਾ, ਆਪਾਂ ਉਹਦਾ ਅਰਥ ਦੱਸਣਾ। 3 ਤਰੀਕਿਆਂ ਦੇ ਸਵਾਲ ਬਣਦੇ ਨੇ। ਸੇਮ ਹੀ ਅਖਾਣ ਦੇ ਵਿੱਚ। ਅਖਾਣ ਹੈ ਜਿਹੜਾ ਰੂਪ ਦੇ ਪੱਖੋਂ ਵੱਡਾ ਹੋਊਗਾ। ਇਹਦੇ ਵਿੱਚ ਬਜ਼ੁਰਗਾਂ ਦਾ ਜਿਹੜਾ ਮੁਸ਼ਕਲਾਂ ਨੂੰ ਵੇਖ ਕੇ ਨਜ਼ਰੀਆ ਬਣਿਆ, ਉਹ ਇਹਨਾਂ ਦੇ ਵਿੱਚ ਸਮਾਇਆ ਹੋਇਆ। ਸਾਡੀ ਜ਼ਿੰਦਗੀ ਨੂੰ ਡਾਇਰੈਕਟਿਵ ਦੇ ਰੂਪ ਦੇ ਵਿੱਚ ਰੋਲ ਅਦਾ ਕਰਦੇ ਨੇ, ਸਾਨੂੰ ਜ਼ਿੰਦਗੀ ਦੀ ਗਾਈਡੈਂਸ ਦਿੰਦੇ ਨੇ ਇਹ ਅਖਾਣ ਨੇ। ਜਿਹੜੇ ਲੋਕ ਸਿਆਣਪਾਂ ਇਹਦੇ ਵਿੱਚ ਹੁੰਦੀਆਂ ਨੇ। ਇਹ ਸਾਰੀਆਂ ਚੀਜ਼ਾਂ ਆਪਾਂ ਬੜੀ ਡੀਪਲੀ ਤੇ ਸੋਹਣੇ ਢੰਗ ਦੇ ਨਾਲ ਕਰਾਂਗੇ। ਅਣਡਿੱਠਾ ਪੈਰਾ, ਇਹ ਬੜਾ ਇੰਪੋਰਟੈਂਟ ਹੈ ਜੀ। ਮੇਨ ਪੁਆਇੰਟ ਹੋਣਗੇ ਇਹਦੇ ਵਿੱਚ। ਇਹ ਕਿਵੇਂ ਪੁੱਛਿਆ ਜਾਂਦਾ ਹੈ? ਇੱਕ ਮੰਨ ਲਓ ਪੈਰਾ ਹੋਊਗਾ ਸਾਡੇ ਕੋਲ 8 ਤੋਂ 10 ਲਾਈਨਾਂ ਦਾ, ਉਹਦੇ ਵਿੱਚੋਂ ਕਿਵੇਂ ਕਿਵੇਂ ਦੇ ਸਵਾਲ ਬਣਨਗੇ ਮੈਂ ਤੁਹਾਨੂੰ ਇਹਦੇ ਬਾਰੇ ਥੋੜਾ ਜਿਹਾ ਦੱਸਣਾ ਵਾ। ਇੱਕ ਤਾਂ ਸਿੱਧਾ ਸਿੱਧਾ ਸਵਾਲ ਬਣਦਾ ਵੀ ਇਹਦਾ ਸਿਰਲੇਖ ਦੱਸੋ। ਸਿਰਲੇਖ ਜਿਹੜਾ ਕਿਵੇਂ ਦੱਸਣਾ ਅਸੀਂ? ਜਦੋਂ ਅਸੀਂ ਪੈਰਾ ਪੜ੍ਹ ਰਹੇ ਹਾਂ ਨਾ, ਉਹਦੇ ਵਿੱਚ ਅੰਡਰ ਕਰੰਟ ਕੀ ਚੱਲ ਰਿਹਾ ਪੈਰੇ ਦੇ ਵਿੱਚ, ਸਮੁੱਚੀ ਜਿਹੜੀ ਥੀਮ ਹੈ ਕੀ ਬਣ ਕੇ ਆ ਰਹੀ ਹੈ, ਉਹਦੇ ਆਧਾਰ ਤੇ ਜਿਹੜਾ ਅਸੀਂ ਦੇਣਾ ਹੁੰਦਾ ਸਿਰਲੇਖ, ਟਾਈਟਲ, ਠੀਕ ਹੈ ਜੀ। ਇਹਦੇ ਵਿੱਚ ਸਵਾਲ ਪੁੱਛੇ ਜਾਣਗੇ, ਨਾਮ, ਪੜਨਾਮ, ਵੀ ਕਿਰਿਆ ਦੱਸੋ ਵਾਕ ਦੇ ਵਿੱਚ, ਕਾਰਕ ਦਾ ਕਿਹੜਾ ਪ੍ਰਕਾਰ ਚੱਲ ਰਿਹਾ ਹੈ। ਕੋਈ ਲਫ਼ਜ਼ ਦਿੱਤਾ ਜਾਊਗਾ, ਮੰਨ ਲਓ ਪੈਰੇ ਦੇ ਵਿੱਚ ਕੋਈ ਆ ਗਿਆ, ਸਕੂਲ ਆ ਗਿਆ, ਤੇ ਇਹ ਪੁੱਛਿਆ ਜਾਊਗਾ ਵੀ ਇਹ ਜਿਹੜਾ ਨਾਮ ਹੈ ਇਹ ਖਾਸ ਨਾਮ ਹੈ, ਇਹ ਆਮ ਨਾਮ ਹੈ, ਇਹ ਭਾਵਵਾਚਕ ਹੈ, ਇਹ ਕਿਹੜਾ ਨਾਮ ਹੈ। ਸੋ ਇਹ ਆਪਾਂ ਦੱਸਣਾ ਹੋਊਗਾ। 4 ਆਪਸ਼ਨਾਂ ਦਿੱਤੀਆਂ ਹੋਣਗੀਆਂ ਤੇ ਆਪਾਂ ਇਹ ਦੱਸ ਦੇਣਾ ਜੀ ਇਹ ਜਾਤੀਵਾਚਕ ਹੈ, ਭਾਵ ਆਮ ਵਾਚਕ ਨਾਮ ਆ। ਇਦਾਂ ਦੇ ਸਵਾਲ ਆਉਣਗੇ। ਜਾਂ ਪੂਰਾ ਵਾਕ ਦਿੱਤਾ ਹੋਊਗਾ, ਉਹਦੇ ਵਿੱਚੋਂ ਆਪਾਂ ਕੀ ਵੇਖਣਾ ਹੈ ਵੀ ਇਹਦੇ ਵਿੱਚ ਸਧਾਰਨ ਵਾਕ ਆ, ਮਿਸ਼ਰਤ ਵਾਕ ਆ ਕਿ ਸੰਯੁਕਤ ਵਾਕ ਆ। ਉਹਦੇ ਲਈ ਸਾਨੂੰ ਯੋਜਕਾਂ ਦੀ ਸਮਝ ਆਉਣੀ ਚਾਹੀਦੀ ਹੈ। ਯੋਜਕ 2 ਤਰ੍ਹਾਂ ਦੇ ਵਿੱਚ ਵੰਡੇ ਹੋਏ ਨੇ, ਸਮਾਨ ਤੇ ਅਧੀਨ। ਇਹਨਾਂ ਦੇ ਕੀਵਰਡਸ ਚੱਕ ਕੇ ਅਸੀਂ ਵਾਕ ਦੇ ਵਿੱਚੋਂ ਆਇਡੈਂਟੀਫਾਈ ਕਰ ਸਕਦੇ ਹਾਂ ਵੀ ਕਿਹੜਾ ਵਾਕ ਚੱਲ ਰਿਹਾ। ਸੋ ਪੜਨਾਮ ਦਿੱਤੇ ਹੋਣਗੇ, ਇਹ ਪੁੱਛਿਆ ਜਾ ਸਕਦਾ ਹੈ। ਕਾਰਕ ਪੁੱਛਿਆ ਜਾ ਸਕਦਾ ਹੈ। ਵਾਚ ਪੁੱਛਿਆ ਜਾ ਸਕਦਾ ਹੈ। ਵਾਚ ਕੀ ਹੁੰਦਾ ਹੈ? 2 ਤਰ੍ਹਾਂ ਦੇ ਵਾਚ ਹੁੰਦੇ ਨੇ, ਕਰਤਰੀ ਤੇ ਕਰਮਣੀ, ਠੀਕ ਹੈ ਜੀ। ਕਰਤਰੀ ਤੇ ਕਰਮਣੀ 2 ਤਰ੍ਹਾਂ ਦੇ ਵਾਚ ਹੁੰਦੇ ਨੇ। ਕਰਤਰੀ ਵਾਕ ਦੇ ਵਿੱਚ ਜੇ ਕਰਤੇ ਦੀ ਪ੍ਰਧਾਨਤਾ ਪ੍ਰਾਥਮਿਕਤਾ ਹੈ, ਤੇ ਕਰਮਣੀ ਜੇ ਕਰਮ ਦੀ ਪ੍ਰਧਾਨਤਾ ਪ੍ਰਾਥਮਿਕਤਾ। ਸੋ ਇਦਾਂ ਦੇ ਵੀ ਸਵਾਲ ਪੁੱਛੇ ਜਾਣਗੇ। ਤੁਹਾਨੂੰ ਇੱਕ ਲਾਈਨ ਦਿੱਤੀ ਹੋਊਗੀ, ਉਹਦੇ ਵਿੱਚ ਇਹ ਪੁੱਛਿਆ ਹੋਊਗਾ ਵੀ ਕਰਤਰੀ ਹੈ ਕਿ ਕਰਮਣੀ ਹੈ, ਠੀਕ ਹੈ ਜੀ। ਐਕਟਿਵ ਪੈਸਿਵ, ਹੈਲੋ ਜੀ ਹੈਲੋ। ਸੋ ਇਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ। ਵਾਕ ਦੇ ਤਰੀਕੇ ਤੋਂ ਆਏਗਾ। ਉਹਦਾ ਜੇ ਮੰਨ ਲਓ ਕੋਈ ਲਫ਼ਜ਼ ਆ, ਉਹਦੇ ਵਿੱਚ ਅਸੀਂ ਉਹਦਾ ਇਸਤਰੀ ਲਿੰਗ ਦੱਸ ਸਕਦੇ ਹਾਂ, ਪੁਲਿੰਗ ਦੱਸ ਸਕਦੇ ਹਾਂ। ਇਦਾਂ ਦੇ ਸਵਾਲ ਪੁੱਛੇ ਜਾਣਗੇ। ਉਹਦੇ ਲਈ ਸਾਨੂੰ ਸਾਰੀ ਵਿਆਕਰਣ ਦੀ ਸਮਝ ਆਉਣੀ ਚਾਹੀਦੀ ਆ। ਤੇ ਸਭ ਤੋਂ ਇੰਪੋਰਟੈਂਟ ਗੱਲ, ਇਹਨੂੰ ਸੌਖੇ ਤਰੀਕਿਆਂ ਨਾਲ ਕਿਵੇਂ ਕੀਤਾ ਜਾ ਸਕਦਾ, ਉਹ ਇਦਾਂ ਕੀਤਾ ਜਾ ਸਕਦਾ ਜੇ ਸਾਨੂੰ ਵਿਸ਼ਰਾਮ ਚਿੰਨ੍ਹਾਂ ਦਾ ਪਤਾ ਹੋਵੇ। ਤੁਹਾਨੂੰ ਅਕਸਰ ਮੈਂ ਕਿਹਾ ਹੋਇਆ ਵੀ ਵਿਸ਼ਰਾਮ ਚਿੰਨ੍ਹ ਨੇ ਨਾ ਕਿਸੇ ਲਿਖਤ ਨੂੰ ਪੜ੍ਹਨ ਵੇਲੇ ਬਹੁਤ ਹੀ ਸਹਾਇਕ ਹੁੰਦੇ ਨੇ। ਸਾਨੂੰ ਅੰਡਰ ਕਰੰਟ ਵਿਸ਼ਰਾਮ ਚਿੰਨ੍ਹਾਂ ਰਾਹੀਂ ਹੀ ਪਤਾ ਲੱਗਦਾ ਹੈ ਕਿੱਥੇ ਅਸੀਂ ਰੁਕਣਾ ਆ, ਕਿੱਥੇ ਅਸੀਂ ਘੱਟ ਰੁਕਣਾ, ਕਿੱਥੇ ਕਿਹੜੀ ਗੱਲ ਚੱਲ ਰਹੀ ਹੈ, ਕਿਹੜੀ ਗੱਲ ਕਿਉਂ ਚੱਲ ਰਹੀ ਹੈ। ਸਾਰਾ ਕੁਝ ਸਾਨੂੰ ਪਤਾ ਲੱਗ ਜਾਂਦਾ। ਸਵਾਲ ਕਿੱਥੇ ਪੁੱਛਿਆ, ਕਿੱਥੇ ਰੁਕਣਾ,
ਇਹ ਸਾਰਾ ਕੁਝ ਸਾਨੂੰ ਵਿਸ਼ਰਾਮ ਚਿੰਨ੍ਹ ਦੱਸਦੇ ਨੇ, ਇਸ ਲਈ ਉਹਨਾਂ ਨੂੰ ਵੀ ਸਮਝਣਾ ਬੜਾ ਜ਼ਰੂਰੀ ਹੈ। ਉਹ ਆਪਾਂ ਅੱਗੇ ਲੈਕਚਰਾਂ ਦੇ ਵਿੱਚ ਕਰੀ ਜਾਵਾਂਗੇ ਨਾਲੋਂ ਨਾਲ। ਜਿਵੇਂ ਜਿਵੇਂ ਆਪਾਂ ਅਣਡਿੱਠੇ ਪਹਿਰੇ ਕਰਾਂਗੇ ਨਾ, ਉਵੇਂ ਉਵੇਂ ਹੀ ਅਸੀਂ ਜਿਹੜੇ ਵਿਸ਼ਰਾਮ ਚਿੰਨ੍ਹ ਨੇ ਕਰਦੇ ਜਾਵਾਂਗੇ। ਸੋ ਬਿਲਕੁਲ ਨਹੀਂ ਘਬਰਾਉਣਾ, ਬਹੁਤ ਸੋਹਣੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਊਂਗਾ, ਸੌਖੇ ਤਰੀਕੇ ਨਾਲ ਤੁਹਾਨੂੰ ਸਮਝਾਊਂਗਾ। ਜਿਵੇਂ ਮੈਂ ਸਿੱਖਿਆ, ਮੈਂ ਸਮਝਿਆ ਚੀਜ਼ਾਂ ਨੂੰ, ਉਸ ਤੋਂ ਵੀ ਸੌਖੇ ਢੰਗ ਨਾਲ ਮੈਂ ਤੁਹਾਨੂੰ ਸਮਝਾਊਂਗਾ। ਚਿੰਤਾ ਨਹੀਂ ਕਰਨੀ। ਅਣਡਿੱਠੇ ਪੈਰੇ ਆਪਾਂ ਆਉਣ ਵਾਲੇ ਲੈਕਚਰਾਂ ਦੇ ਵਿੱਚ ਕਰਾਂਗੇ। ਇਹ ਤਾਂ ਤੁਹਾਨੂੰ ਮੈਂ ਦੱਸ ਦਿੱਤਾ ਵੀ ਕਿਵੇਂ ਦੇ ਇਹਦੇ ਚੋਂ ਸਵਾਲ ਬਣਨਗੇ, ਕਿਵੇਂ ਦੇ ਨਹੀਂ ਬਣਨਗੇ, ਕੀ ਪੁੱਛਿਆ ਜਾਊਗਾ, ਕੀ ਨਹੀਂ ਪੁੱਛਿਆ ਜਾਊਗਾ। ਸੋ ਇਹ 2015 ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਸੀਗਾ। ਹੁਣ ਆਪਾਂ ਕੀ ਕਰਦੇ ਆ, 2015, 2018, 2021 ਦੇ ਜਿਹੜੇ ਪੇਪਰ ਨੇ ਨਾ, ਉਹਨਾਂ ਨੂੰ ਚੱਕ ਕੇ ਲੈਵਲ ਸਮਝਣ ਦੀ ਕੋਸ਼ਿਸ਼ ਕਰਦੇ ਆ ਵੀ ਕਿਵੇਂ ਦੇ ਸਵਾਲ ਪੁੱਛੇ ਗਏ ਨੇ। ਇਹ ਜਾਣਨਾ ਇਸ ਲਈ ਜ਼ਰੂਰੀ ਹੈ ਤਾਂ ਜੋ ਆਉਣ ਵਾਲੇ ਸਵਾਲ ਨੇ, ਪੇਪਰ ਨੇ, ਜਿਹੜਾ ਸਾਡਾ ਇਹ PCS ਦਾ ਪੇਪਰ ਹੋਊਗਾ, ਉਹਦੇ ਵਿੱਚ CSAT ਦੇ ਵਿੱਚ ਪੰਜਾਬੀ ਦੇ ਸਵਾਲ ਪੁੱਛੇ ਜਾਣਗੇ, ਉਹਨਾਂ ਦਾ ਲੈਵਲ ਕੀ ਹੋਣ ਵਾਲਾ ਹੈ। ਸੋ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ ਮਾਨ ਸਰਕਾਰ ਹੈ ਜਿਹੜੀ, ਪੰਜਾਬ ਪੰਜਾਬੀ ਪੰਜਾਬੀਅਤ ਵੱਲ ਥੋੜਾ ਜਿਹਾ ਝੁਕਾਓ ਹੋਇਆ ਉਹਨਾਂ ਦਾ, ਤੇ ਸਵਾਲਾਂ ਦਾ ਜਿਹੜਾ ਲੈਵਲ ਹੈ ਉੱਪਰ ਜਾ ਸਕਦਾ। ਠੀਕ ਹੈ, ਇਹ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ। ਉਹ ਬੜੀ ਸੰਜੀਦਗੀ ਦੇ ਨਾਲ ਇਸ ਵੱਲ ਵਧੇ ਹੋਏ ਨੇ, ਤੇ ਆਪਾਂ ਇਹਨੂੰ ਵੀ ਧਿਆਨ 'ਚ ਰੱਖਣਾ। ਡੀਪਲੀ ਗੱਲਾਂ ਨੂੰ ਸਮਝਣ ਦੀ ਲੋੜ ਆ। ਸਵਾਲਾਂ ਤੋਂ ਤੁਹਾਨੂੰ ਲੈਵਲ ਦਾ ਪਤਾ ਲੱਗ ਜਾਣਾ, ਅਸੀਂ ਕਿੰਨੇ ਕੁ ਪਾਣੀ 'ਚ ਆ ਤੇ ਕਿੰਨੇ ਕੁ ਅਸੀਂ ਤਾਂ ਆ, ਕਿੰਨੇ ਕੁ ਅੱਗੇ ਆ ਤੇ ਕਿੰਨੇ ਕੁ ਪਿੱਛੇ ਆ। ਪਹਿਲਾ ਸਵਾਲ ਆਪਾਂ ਕਰਦੇ ਹਾਂ, 27 ਨੰਬਰ ਸਵਾਲ ਹੈ। ਉਹਦੇ ਵਿੱਚ ਆਇਆ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ। ਵਿਜ਼ਿਬਿਲਟੀ ਹੈਗੀ ਹੈ ਕਮੈਂਟ ਬਾਕਸ ਦੇ ਵਿੱਚ, ਦੱਸ ਦਿਓ ਮੈਨੂੰ। ਵਿਜ਼ਿਬਿਲਟੀ ਹੈਗੀ ਹੈ ਨਾ? ਲੈਵਲ ਸਾਰਾ ਬਿਲਕੁਲ ਹਾਈ ਆਊਗਾ, ਤੁਹਾਨੂੰ ਅੱਗੇ ਸਵਾਲਾਂ ਤੋਂ ਪਤਾ ਲੱਗ ਜਾਏਗਾ। ਦੱਸੋ ਇਹਦਾ ਸਹੀ ਉੱਤਰ। ਜੀ ਬਿਲਕੁਲ, ਤਸ਼ੱਦਦ, ਇਹ ਤਾਂ ਇਹਦਾ ਸਹੀ ਉੱਤਰ। ਜਿਨ੍ਹਾਂ ਨੇ ਤਾਂ ਪਹਿਲੇ ਪੇਪਰ ਦਿੱਤੇ ਹੋਣਗੇ ਉਹਨਾਂ ਨੂੰ ਤੇ ਸਵਾਲ ਇਹ ਆ ਜਾਣਗੇ। ਠੀਕ ਹੈ, ਜਿਹਨੂੰ ਇਹ ਸੌਖਾ ਲੱਗ ਰਿਹਾ ਉਹ ਘਬਰਾਓ ਨਾ, ਔਖੇ ਸਵਾਲ ਵੀ ਤੁਹਾਡੇ ਲਈ ਲੈ ਕੇ ਆਊਂਗਾ। ਔਖਿਆਂ ਤੋਂ ਤਿਆਰੀ ਕਰਾਣੀ ਸ਼ੁਰੂ ਕਰੂੰਗਾ ਤਾਂ ਜੋ ਤੁਹਾਨੂੰ ਸੌਖੇ ਛੇਤੀ ਹੋ ਜਾਣ। ਆਪਾਂ ਤੁਹਾਡਾ ਕੌਨਫੀਡੈਂਸ ਥੱਲੇ ਵੀ ਨਹੀਂ ਲੈ ਕੇ ਜਾਣਾ ਤੇ ਬਹੁਤਾ ਉੱਤੇ ਵੀ ਨਹੀਂ ਚੜਾਉਣਾ, ਬੈਲੈਂਸ ਰੱਖਣਾ ਹੈ ਆਪਾਂ। ਠੀਕ ਹੈ ਜੀ। ਭੱਠ ਝੋਕਣਾ ਦਾ ਸਹੀ ਅਰਥ ਹੈ, ਆ ਦੇਖੋ ਮੁਹਾਵਰਾ ਆਇਆ ਹੋਇਆ, ਉਹਦੇ ਚੋਂ ਇੱਕ ਕਿਸਮ ਆ, ਤਿੰਨਾਂ ਚੋਂ ਇੱਕ ਕਿਸਮ ਆ, ਅਸੀਂ ਇਹਦਾ ਅਰਥ ਦੱਸਣਾ। ਝੋਕਣਾ ਅਣਾਣੇ ਤੋਂ ਇਹਦੀ ਪਛਾਣ ਹੈ ਕਿ ਇਹ ਕੀ ਆ, ਮੁਹਾਵਰਾ। ਹੁਣ ਇਹਦਾ ਤੁਸੀਂ ਸਹੀ ਹੈ ਜਿਹੜਾ ਉੱਤਰ ਦਿਓ ਮੈਨੂੰ ਕੀ ਹੈ। ਜਿਨੇ ਤੇ ਇਹ ਸਵਾਲ ਕੀਤੇ ਹੋਏ ਨੇ ਉਹਨਾਂ ਲਈ ਇਹ ਬਹੁਤ ਹੀ ਈਜ਼ੀ ਹੋਣਗੇ। ਦੱਸੋ ਇਹਦਾ। ਤਸ਼ੱਦਦ ਢਾਉਣ ਦਾ ਜੀ ਮਤਲਬ ਹੁੰਦਾ ਕਹਿਰ ਕਰਨਾ, ਬੇਰਹਿਮੀ ਨਾਲ ਕਿਸੇ ਉੱਤੇ ਸਵਾਰੀ ਕਰਨੀ, ਹੰਕਾਰ ਦੀ ਸਵਾਰੀ ਕਰਨੀ ਕਿਸੇ ਦੇ ਉੱਤੇ, ਆਪਣੀ ਈਨ ਮਨਵਾਉਣੀ, ਜ਼ੁਲਮ ਕਰਨਾ। ਤਸ਼ੱਦਦ ਦਾ ਇਹ ਮਤਲਬ ਹੋਊਗਾ। ਭੱਠ ਝੋਕਣੇ ਦਾ ਸਹੀ ਉੱਤਰ ਹੈ ਸੀ। ਖੁਸ਼ਾਮਦ ਕਰਨੀ ਇਹ ਬਿਲਕੁਲ ਨਹੀਂ ਹੋਏਗਾ, ਉਹ ਭਗਤ ਕਰਨੀ ਨਹੀਂ ਇਹਦਾ ਉੱਤਰ ਹੋਏਗਾ। ਮੁਸੀਬਤਾਂ ਦਾ ਹੜ੍ਹ ਆਉਣਾ ਇਹ ਵੀ ਨਹੀਂ ਹੋਊਗਾ। ਵਿਅਰਥ ਨਿਗੁਣਾ ਕੰਮ ਕਰਦੇ ਰਹਿਣਾ। ਆਹ ਦੇਖੋ ਅਗੇਤਰ ਲੱਗਿਆ ਹੋਇਆ, ਗੁਣ ਆਪਣੇ ਆਪ ਦੇ ਵਿੱਚ ਇੱਕ ਲਫ਼ਜ਼ ਹੈ। ਅਗੇਤਰ ਇਹਦੇ ਅੱਗੇ ਨੈਗੇਟਿਵ ਲੱਗਿਆ, ਨੰਨਾ ਨੀ ਗੁਣਾ, ਜਿਹਦੇ ਵਿੱਚੋਂ ਕੋਈ ਸਾਰਥਕ ਕੰਮ ਨਹੀਂ ਹੋ ਰਿਹਾ। ਉਹ ਕੀ ਕਹਿੰਦਾ, ਭੱਠ ਝੋਕੀ ਜਾਣਾ, ਵੀ ਇਦਾਂ ਹੀ ਸੁੱਟੀ ਜਾਣਾ ਚੀਜ਼ਾਂ ਤੂੰ ਭੱਠੀ ਦੇ ਵਿੱਚ, ਕੀ ਲੱਭੇਗਾ ਤੈਨੂੰ, ਕੁਛ ਨਹੀਂ, ਸਭ ਸੜ ਕੇ ਸਵਾਹ ਹੋ ਜਾਣਾ, ਤੇਰਾ ਜਿਹੜਾ ਸਮਾਂ ਆ ਖਰਾਬ ਹੋ ਜਾਣਾ। ਠੀਕ ਹੈ ਜੀ। ਕਹਿੰਦੇ ਸਮੇਂ ਦੀ ਜ਼ਮੀਨ ਤੇ ਮਿਹਨਤ ਦੇ ਹਥਿਆਰ ਨਾਲ ਜਿਵੇਂ ਦੀ ਚਾਹੋ ਘਾੜਤ ਘੜੀ ਜਾ ਸਕਦੀ ਹੈ। ਸੋ ਸਮੇਂ ਦੀ ਜ਼ਮੀਨ ਐਸੀ ਆ ਜਿਹਦੇ ਉੱਤੇ ਮਿਹਨਤ ਦੇ ਹਥਿਆਰ ਨਾਲ ਜਿਹੋ ਜੀ ਚਾਹੋ ਘਾੜਤ ਘੜੀ ਜਾ ਸਕਦੀ ਹੈ। ਸੋ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਿਆ ਕਰੋ। ਅਗਲੇ ਸਵਾਲ ਵੱਲ ਆਪਾਂ ਵੱਧਦੇ ਹਾਂ। ਇਹ ਵੀ 2015 ਦੇ ਵਿੱਚ ਪੁੱਛਿਆ ਗਿਆ ਸੀਗਾ। ਇਹ ਪਹਿਲਾਂ ਤੇ ਇਹ ਦੱਸੋ ਇਹ ਕੀ ਆਊਗਾ, ਮੁਹਾਵਰਾ ਹੈ, ਅਖਾਣ ਹੈ। ਰੂਪ ਦੇ ਪੱਖੋਂ ਨਾ ਇਹਦੀ ਜਿਹੜੀ ਪਛਾਣ ਹੋਊਗੀ। ਹੁਣ ਇਹ ਕਿਉਂ ਹੈ ਅਖਾਣ, ਇਹ ਦੱਸੋ। ਰੂਪ ਦੇ ਪੱਖੋਂ ਤੁਹਾਨੂੰ ਸਮਝਾ ਕੇ ਆਇਆ। ਇਹ ਵੱਡਾ ਹੋਊਗਾ, ਇੱਕ ਇਹਦੇ ਚੋਂ ਸਿਆਣਪ ਨਿਕਲੂਗੀ, ਗਾਈਡ ਕਰੂਗੀ ਜ਼ਿੰਦਗੀ ਨੂੰ। ਮੁਹਾਵਰਿਆਂ ਦੇ ਵਿੱਚ ਕਟਾਕਸ਼ ਹੋਊਗਾ, ਵਿਅੰਗ ਹੋਊਗਾ, ਕਿਸੇ ਨੂੰ ਲਾ ਕੇ ਗੱਲ ਕੀਤੀ ਜਾਊਗੀ। ਠੀਕ ਹੈ ਜੀ।
ਬੱਕਰਾ ਜਾਨੋਂ ਗਿਆ, ਜਾਨੋਂ ਹੈ ਇਹ, ਬੱਕਰਾ ਜਾਨੋਂ ਗਿਆ, ਖਾਣ ਵਾਲੇ ਨੂੰ ਸਵਾਦ ਨਾ ਆਇਆ। ਕੀ ਹੈ? ਟੱਪਾ। ਅੱਗੇ ਆਪਾਂ ਸੱਭਿਆਚਾਰ ਦੇ ਲੈਕਚਰਾਂ 'ਚ ਟੱਪਾ ਕਰਾਂਗੇ। ਬੋਲੀ, ਨਿੱਕੀ ਬੋਲੀ, ਕੀ ਇਹਨਾਂ ਦੇ ਰੂਪ ਹੁੰਦੇ ਨੇ। ਬੋਲੀ ਦੇ ਵਿੱਚ ਲੈ ਹੋਊਗੀ, ਮੁਹਾਵਰੇ ਦੇ ਵਿੱਚ ਵਿਅੰਗ ਹੋਊਗਾ, ਟੱਪੇ ਦੇ ਵਿੱਚ ਢੋਲਾ, ਮਾਈਆ, ਠੀਕ ਹੈ ਜੀ। ਐਦਾਂ ਦੀਆਂ ਗੱਲਾਂ ਤੋਂ ਸ਼ੁਰੂ ਹੁੰਦੇ ਨੇ ਜਿਹੜੇ ਟੱਪੇ ਨੇ। ਅਖਾਣ ਆਹੂਗਾ ਇਹ। ਬੱਕਰੇ ਨੇ ਜਾਨ ਵੀ ਦੇਤੀ ਤੇ ਖਾਣ ਵਾਲੇ ਨੂੰ ਸਵਾਦ ਨਹੀਂ ਆਇਆ। ਇਹ ਵੀ 2015 ਦੇ ਵਿੱਚ ਪੁੱਛਿਆ ਗਿਆ। ਘੁੱਟ ਵੱਟਣਾ ਦਾ ਸਹੀ ਭਾਵ ਹੈ। ਭਾਵ ਦੱਸਣਾ ਹੁਣ ਅਸੀਂ, ਇਹਦਾ ਅਰਥ ਦੱਸਣਾ। ਦੱਸੋ ਇਹਦਾ ਸਹੀ ਉੱਤਰ ਕੀ ਹੈ? ਅਖਾਣ ਡਬਲ ਮੀਨਿੰਗ ਨਹੀਂ ਹੋਏਗਾ। ਉਹ ਤੁਸੀਂ ਕਿਸੇ ਵੀ ਚੀਜ਼ ਦੇ ਅਰਥ ਨਾ ਅਸੀਂ ਆਪਣੀ ਮੁਤਾਬਕ ਕੱਢਦੇ ਆ। ਡਬਲ ਛੱਡੋ, ਟ੍ਰਿਪਲ ਮੀਨਿੰਗ ਵੀ ਨਿਕਲ ਸਕਦਾ ਜੇ ਆਪਾਂ ਕੱਢਣੇ ਆ। ਸੋ ਭਾਸ਼ਾ ਜਿਉਂਦੀ ਜਾਗਦੀ ਚੀਜ਼ ਆ, ਇਹਦੇ ਵਿੱਚੋਂ ਜੋ ਮਰਜ਼ੀ ਕੱਢ ਲਓ ਤੁਸੀਂ। ਸਬਰ ਸੰਤੋਖ ਰੱਖਣਾ। ਹੁਣ ਤੁਸੀਂ ਇਹ ਵੇਖੋ ਵੀ 2015 ਦੇ ਵਿੱਚ ਜਿਹੜੇ ਸਵਾਲ ਆਏ ਨੇ, ਕਾਫੀਆਂ ਨੂੰ ਉਹਦਾ ਉੱਤਰ ਜਿਹੜਾ ਆਉਂਦਾ ਕਮੈਂਟ ਬਾਕਸ ਦੇ ਵਿੱਚ ਤੁਸੀਂ ਦਿੱਤਾ ਆ। ਸੋ ਇੱਥੋਂ ਇਹ ਪਤਾ ਲੱਗਦਾ ਕਿ ਅਸੀਂ ਬਿਲਕੁਲ ਲਾਈਨ ਦੇ ਉੱਤੇ ਆ, ਆਪਣੀ ਮੰਜ਼ਿਲ ਵੱਲ ਵੱਧ ਸਕਦੇ ਆ। ਸਾਨੂੰ ਥੋੜਾ ਜਿਹਾ ਧੱਕਾ ਲਾਉਣ ਦੀ ਲੋੜ ਹੈ ਆਪਣੇ ਆਪ ਨੂੰ, ਠੀਕ ਹੈ ਜੀ। ਹੌਸਲਾ ਨਹੀਂ ਹਾਰਨਾ। ਜੇ ਹਾਰੋਗੇ ਤਾਂ ਇੱਥੇ ਤੁਹਾਨੂੰ ਜਿੱਤਣ ਲਈ ਸਮੱਗਰੀ ਦਿੱਤੀ ਜਾਊਗੀ। ਸਬਰ ਰੱਖਣਾ, ਹੌਸਲਾ ਹਾਰਨਾ ਬਿਲਕੁਲ ਨਹੀਂ। ਇਹ ਨੈਗੇਟਿਵ ਆ, ਇਹ ਪੋਜ਼ਿਟਿਵ ਗੱਲ ਹੋ ਰਹੀ ਆ। ਤਬਾਹ ਕਰਨਾ ਵੀ ਨਹੀਂ ਆਊਗਾ। ਦਾ ਵਿੱਚ ਰਹਿਣਾ ਨਹੀਂ, ਦਾ 'ਚ ਨਹੀਂ ਰਹਿਣਾ ਆਪਾਂ। ਹਾਂ, ਜੇ ਨੌਕਰੀ ਹੈ ਤਾਂ ਉਹਦੇ ਵਿੱਚ ਦਾ 'ਚ ਰਹਿਣਾ ਆਪਾਂ। 2018 ਦੇ ਵਿੱਚ ਇਹ ਸਵਾਲ ਪੁੱਛਿਆ ਗਿਆ। ਹੁਣ ਇਹ ਵੇਖਦੇ ਹਾਂ ਆਪਾਂ 2018 ਵਾਲੇ ਤੁਹਾਨੂੰ ਕਿੰਨੇ ਕੁ ਆਉਂਦੇ ਆ। ਅੱਖ ਦੀ ਘੂਰ ਮੁਹਾਵਰੇ ਤੋਂ ਕੀ ਭਾਵ ਹੈ? ਟੀਰ ਮਾਰਨਾ ਬਿਲਕੁਲ ਨਹੀਂ ਆਊਗਾ। ਟੇਢਾ ਝਾਕਣਾ ਨਹੀਂ ਆਊਗਾ। ਅਸਲਾ ਦਿੱਤਾ ਜਾਊਗਾ ਜਿੱਤਣ ਲਈ। ਦਿਲ 'ਚ ਦਲੇਰੀ, ਅੱਖਾਂ ਵਿੱਚ ਸੁਪਨੇ, ਜ਼ਿੰਦਗੀ 'ਚੋਂ ਦੁੱਖ ਸਾਰੇ ਬਾਹਰ ਸੁੱਟਣੇ। ਸੋ ਆਪਾਂ ਐਸਾ ਹਥਿਆਰ ਆਪਣੇ ਵਿੱਚ ਪੈਦਾ ਕਰ ਲੈਣਾ, ਤਾਕਤ ਪੈਦਾ ਕਰ ਲੈਣੀ। ਸਾਰੇ ਜਿਹੜੇ ਦੁੱਖ ਤਕਲੀਫਾਂ ਨੇ ਜ਼ਿੰਦਗੀ 'ਚੋਂ ਬਾਹਰ ਭੇਜ ਦੇਣੀਆਂ ਨੇ। ਸੌਖੇ ਹੋ ਜਾਣਾ ਜ਼ਿੰਦਗੀ 'ਚ ਆਪਾਂ। ਗੁੱਸੇ ਨਾਲ ਝਾਕਣਾ। ਕੋਈ ਮੈਨੂੰ ਗੁੱਸੇ ਨਾਲ ਝਾਕ ਰਿਹਾ ਕਮੈਂਟ ਬਾਕਸ ਦੇ ਵਿੱਚ? ਅੱਛਾ, ਫਿਰ ਮੈਂ ਤੁਹਾਨੂੰ ਝਾਕੂੰਗਾ ਜੇ ਤੁਸੀਂ ਲਾਈਕ ਤੇ ਸ਼ੇਅਰ ਨਹੀਂ ਕਰੋਗੇ। ਠੀਕ ਹੈ ਜੀ। ਅੱਖ ਦੀ ਘੂਰ। ਸੋ ਮੇਰੀ ਅੱਖ ਦੀ ਘੂਰ ਨੂੰ ਥੋੜਾ ਜਿਹਾ ਸਮਝੋ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਇਹ ਜਿਹੜਾ ਇੰਟਰੋਡਕਸ਼ਨ ਲੈਕਚਰ ਹੈ ਸਾਰਿਆਂ ਤੱਕ ਪਹੁੰਚ ਸਕੇ, ਬੜਾ ਜ਼ਰੂਰੀ ਹੈ ਇਹ ਸਾਰਿਆਂ ਤੱਕ ਪਹੁੰਚਣਾ। ਆਉਣ ਵਾਲੇ ਜਿਹੜੇ ਲੈਕਚਰ ਹੋਣਗੇ ਨਾ, ਬੜੇ ਹੀ ਲਾਭਦਾਇਕ ਹੋਣ ਵਾਲੇ ਨੇ। ਬੜੀ ਸੋਹਣੀ ਸਮੱਗਰੀ ਇਕੱਠੀ ਕਰੀ ਬੈਠਾ ਮੈਂ ਤੁਹਾਡੇ ਵਾਸਤੇ। ਮਜ਼ਾ ਆ ਜਾਣਾ ਲੈਕਚਰ ਕਰ ਕਰਕੇ ਆਪਾਂ ਨੂੰ। ਗੁੱਸੇ ਨਾਲ ਝਾਕਣਾ। ਅੱਖ ਦੀ ਬਿਮਾਰੀ ਦਾ ਨਾਂ ਲਓ। ਇਹ ਕਿੱਦਾਂ ਹੋ ਜਾਊਗਾ ਅੱਖ ਦੀ ਬਿਮਾਰੀ ਦਾ ਨਾਂ? ਆਈ ਫਲੂ ਥੋੜੀ ਹੋਇਆ। ਇਹ ਵੀ 2018 ਦੇ ਵਿੱਚ ਸਵਾਲ ਪੁੱਛਿਆ ਗਿਆ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ? ਹੁਣ ਜਿਹੜੇ ਪਹਿਲਾਂ ਤੇ ਤੁਸੀਂ ਇਹ ਦੱਸੋ, ਫਿਰ ਮੈਂ ਤੁਹਾਡੇ ਨਾਲ ਦੋ ਗੱਲਾਂ ਡਿਸਕਸ ਕਰਾਂਗੇ ਇਹਦੇ ਬਾਬਤ। ਸਹੀ ਉੱਤਰ ਲੱਭੋ ਪਹਿਲਾਂ। ਇਹ PSSB ਦੇ ਵਿੱਚ ਵੀ ਆਇਆ, ਜੇ ਤੁਹਾਨੂੰ ਪਤਾ ਹੋਵੇ। ਜੀ ਹਾਂ, ਜੇ ਮੈਂ ਮਹਾਨ ਕੋਸ਼ ਦਾ ਹਵਾਲਾ ਦਿਆਂ ਤੇ ਉਹਦੇ ਮੁਤਾਬਕ ਆਪਣਾ ਜਿਹੜਾ ਸੀ ਉੱਤਰ ਹੈ ਨਾ ਉਹ ਸਹੀ ਆ। ਲੇਕਿਨ PSSB ਦੇ ਵਿੱਚ ਵਿਵਾਦ ਛਿੜ ਗਿਆ ਸੀ। ਕਿਉਂ? ਕਿਉਂਕਿ ਕਿਤੇ ਕਿਤੇ ਸਾਨੂੰ ਇਹ ਵੀ ਵੇਖਣ ਨੂੰ ਮਿਲਦਾ, ਜਦੋਂ ਅਸੀਂ ਬੋਲਦੇ ਹਾਂ ਤੇ ਜਦੋਂ ਅਸੀਂ ਲਿਖਦੇ ਹਾਂ, ਦੋ ਤਰ੍ਹਾਂ ਦੇ ਵਿੱਚ ਮਾਤਰਾਵਾਂ ਘੱਟ ਵੱਧ ਹੋ ਜਾਇਆ ਕਰਦੀਆਂ ਨੇ। ਸੋ ਕਈਆਂ ਨੇ ਤੇ ਇਹ ਲਾਇਆ ਸੀਗਾ B, ਜਿਹੜੇ ਤਾਂ ਸ਼ਖਸੀਅਤ ਬੋਲਦੇ ਨੇ ਉਹਨਾਂ ਨੇ ਤਾਂ ਆਹ ਸਵਾਲ ਲਾਇਆ ਸੀਗਾ। ਫਿਰ ਉਹਨਾਂ ਨੇ ਰਿਟ ਪਾਈ ਤੇ ਸਵਾਲ ਜਿਹੜਾ PSSB ਨੇ ਪ੍ਰਮਾਣਿਤ ਕੀਤਾ ਉਹ C ਸੀਗਾ। ਤੇ ਮਹਾਨ ਕੋਸ਼ ਦੇ ਵਿੱਚ ਵੀ ਇਹੀ ਪ੍ਰਮਾਣਿਤ ਹੈ। ਸੋ ਕਨਫਿਊਜ਼ ਨਹੀਂ ਹੋਣਾ।
कदी भी जे तुसी ऑथेंटिकेशन जाननी है ना किसी लफज की, महान कोश नूं चक्को, अपने अपने घरां दे विच महान कोश लैके आओ, ज्ञान का भंडार है ਉਹਦੇ ਵਿੱਚ, हर चीज़ तुहानूं मिलेगी, किते भज्जण दी लोड़ नहीं। यूट्यूब ते गूगल ते किते ना सर्च करया करो, क्योंकि यूट्यूब ते या गूगल दे उत्ते ये भी प्रमाणित मन लैंदे ने ते ये भी हुण गूगल दे उत्ते दोवें मिलदे ने। दसो तुहाडे लई किहड़ा सही होएगा? फिर गूगल तो ही वेख के बच्चियां ने आ भी टिक करता, आ भी कीता कईयां ने। सो महान कोश नूं वेख्या करो ਜਾਂ पंजाबी पीढ़िया ते वेख्या करो भी प्रमाणित की ऑथेंटिकेशन की है किसी लफज की। PSSB ने विवाद छिड़िया ਉਹਦੇ ਚ। अच्छा, विरोधी शब्द अर्थबोध ਦੇ ਵਿੱਚੋਂ आया है, मस्कीन शब्द ਦਾ विरोधी ਲੱਭਣਾ ਆਪਾਂ। जे ਤਾਂ ਕਿਸੇ ਨੂੰ ਹੰਕਾਰੀ, ਬਿਲਕੁਲ। ਹੁਣ ਮੈਨੂੰ ਇਹ ਦੱਸੋ ਇਹਦਾ ਸਮਾਨਾਰਥਕ ਕੀ ਹੋਏਗਾ ਮਸਕੀਨ ਦਾ? ਬਿਲਕੁਲ ਜੀ, ਫੋਲੋ ਕਰੋ ਤੁਸੀਂ, ਤੁਹਾਨੂੰ ਵਧੀਆ ਜਾਣਕਾਰੀ ਦਿੱਤੀ ਜਾਊਗੀ। ਮਦਦਗਾਰ ਨਹੀਂ ਹੋਏਗਾ। ਮਸਕੀਨ ਨਿਮਰਤਾ ਵਾਲੇ ਬੰਦੇ ਨੂੰ ਕਿਹਾ ਜਾਂਦਾ ਹੈ। ਤੇ ਆਰਥਿਕ ਤੌਰ ਦੇ ਵਿੱਚ ਜੇ ਆਪਾਂ ਮੰਨੀਏ, ਜਿਹੜਾ ਬੰਦਾ ਆਰਥਿਕ ਪੱਖੋਂ ਕਮਜ਼ੋਰ ਹੋਊਗਾ, ਗਰੀਬ ਹੋਊਗਾ, ਉਸ ਨੂੰ ਵੀ ਮਸਕੀਨ ਕਹਿ ਲਿਆ ਜਾਂਦਾ। ਤੇ ਜਿਹੜਾ ਨਿਮਰਤਾ ਵਾਲਾ, ਨਿਮਰ ਸੁਭਾਅ ਵਾਲਾ ਵਿਅਕਤੀ ਹੈ, ਝੁਕ ਝੁਕ ਕੇ ਮਿਲਦਾ ਆ, ਦੂਜਿਆਂ ਨੂੰ ਵਡਿਆਉਂਦਾ ਆ, ਉਹਨੂੰ ਵੀ ਮਸਕੀਨ ਕਹਿੰਦੇ ਨੇ। ਠੀਕ ਹੈ ਜੀ। ਹੰਕਾਰੀ ਬੰਦਾ ਤਾਂ ਦੂਜੇ ਦੀ ਅਕਲ ਤੇ ਸਵਾਰੀ ਕਰਦਾ ਹੈ, ਸਵਾਰੀ ਕਰਨ ਨਹੀਂ ਦਿੰਦਾ ਆਪਣੇ ਤੇ ਕਿਸੇ ਨੂੰ। ਉਹ ਸੌਫਟ ਸਪੋਕਨ ਸਹੀ ਹੈ। ਗੋਂਗਲੂਆਂ ਤੋਂ ਮਿੱਟੀ ਝਾੜਨਾ ਮੁਹਾਵਰੇ ਦਾ ਸਹੀ ਅਰਥ ਦੀ ਪਛਾਣ ਕਰੋ। ਮੁਹਾਵਰਾ ਇਹ ਨੰਨਾ ਆ ਗਿਆ ਨਾ, ਦੇਖੋ ਕੀਵਰਡ। ਦੱਸੋ ਇਹਦਾ ਸਹੀ ਉੱਤਰ ਕੀ ਆਊਗਾ? ਹਾਂਜੀ, ਅਫਸਰ ਲੱਗ ਕੇ ਦਿਖਾਵੇ ਦੇ ਕੰਮ ਨਹੀਂ ਕਰਨੇ ਆਪਾਂ। ਗੋਂਗਲੂਆਂ ਦਾ ਸਾਗ ਖਾਧਾ ਕਿਸੇ ਨੇ? ਕਿਹੜੇ ਕਿਹੜੇ ਏਰੀਏ ਦੇ ਵਿੱਚ ਬਣਦਾ? ਦਿਖਾਵੇ ਲਈ ਕੰਮ ਕਰਨਾ। ਤੁਹਾਡਾ ਉੱਤਰ ਬਿਲਕੁਲ ਸਹੀ ਹੈ। ਹੁਣ ਤੱਕ ਦੇ ਤੁਹਾਨੂੰ ਸਾਰੇ ਸਵਾਲ ਨੇ ਜਿਹੜੇ ਆਉਂਦੇ ਨੇ। ਠੀਕ ਹੈ ਜੀ। ਸੋ ਤੁਸੀਂ ਇਹ ਟੈਲੀ ਕਰ ਰਹੇ ਹੋ ਆਪਣੇ ਆਪ ਨੂੰ ਵੀ ਅਸੀਂ ਕਿੰਨੇ ਕੁ ਪਾਣੀ 'ਚ। ਮੈਨੂੰ ਲੱਗਦਾ ਵੀ ਤੁਸੀਂ ਬਹੁਤ ਜ਼ਿਆਦਾ ਉੱਪਰ ਹੋ। ਮਿਹਨਤ ਕਰਨਾ ਨਹੀਂ ਆਊਗਾ, ਪਖੰਡ ਕਰਨਾ ਨਹੀਂ ਆਊਗਾ। ਪਖੰਡ ਕਰਨਾ ਪਰ ਇਹ ਨਹੀਂ ਆ ਸਕਦਾ ਇਹਦੇ 'ਚ। ਸਬਜ਼ੀ ਸਾਫ਼ ਕਰਨਾ, ਲਓ ਸਬਜ਼ੀ ਸਾਫ਼ ਕਰਨਾ ਬਣਾਉਣੀ ਥੋੜੀ ਆਪਾਂ। रंगरेटा शब्द लई सही पिछेतर चुनो। रंगरेटा गुरु का बेटा तुसी सुनिया होना है बहुत जणिया ने। ये एक कम्यूनिटी सी जिहदे विचों सिख पैदा हुंदे सी, उस नूं कहंदे सी रंगरेटा गुरु का बेटा। दसो रंगरेटा दे पिछे अगे पिछेतर की आया होया? हाँ जी, हरजिंदर सिंह जी, किसे नू मजहबी लफज का अर्थ पता है की है? बड़ा पॉजिटिव इहदा अर्थ है, पर सोसाइटी दे विच की है पल्यूट हो चुके है। महजब किसी ने सुनिया होना भी तेरा महजब की है, भाव के तेरे ज्ञान का दायरा की है, तेरा रिलीजन की है, धर्म की है। सो जेड़ा बंदा अपने रिलीजन ते अपनी विचारधारा ते दृढ़ होंदा उस नूं मजहबी कहिंदे आ। परफेक्ट ਉਹਦੇ ਨਾਲ गुण लग्या होया, विशेषण लग्या होया मजहबी। लेकिन सोसाइटी दे विच पल्यूट हो चुके हैं। सो इदां ना चीज़ां नूं वेखो, जिहड़े शब्द ने उन्हां दे विच ही पॉजिटिविटी ते नैगेटिविटी पई हुंदी आ। मजहब दा पक्का हो गया मजहबी। सो पॉजिटिव लिया करो अखरां नूं। इदां ही लफज आ दलित, दिल जित, जिसने अपना दिल मन जीते जग जीते आउंदी है ना तुक, ਉਹ ਜਿਹੜਾ ਜਿੱਤ ਲੈਂਦਾ ਹੈ ਉਹਦੇ ਨਾਲ ਲੱਗ ਜਾਂਦਾ ਦਲਿਤ। ਹਰੀਜਨ ਇਹ ਵੀ ਬਹੁਤ ਪੋਲਿਊਟਡ ਹੋ ਚੁੱਕਿਆ ਹੈ ਨਾ। ਇਹ ਪਰ ਪੋਲਿਊਟਡ ਨਹੀਂ ਕਰਨੇ ਆਪਾਂ ਗੁਰਬਾਣੀ ਦੇ ਵਿੱਚੋਂ। ਜੇ ਆਪਾਂ ਸਹੀ ਸੇਧ ਲਈਏ ਕੀ ਲਫ਼ਜ਼ ਨੇ ਇਹਨਾਂ ਦੇ, ਮਤਲਬ ਕੀ ਨੇ? ਹਰੀਜਨ, ਜਨ ਦਾ ਮਤਲਬ ਹੁੰਦਾ ਜਾਣਕਾਰੀ। ਜਨਕ ਸੋਈ ਜਿਨ ਜਾਣਿਆ, ਜਿਹੜਾ ਜਾਣ ਲੈਂਦਾ ਕਿਹਨੂੰ? ਹਰੀ ਨੂੰ, ਆਪਣੇ ਸਰੂਪ ਨੂੰ ਜਿਹੜਾ ਜਾਣ ਲੈਂਦਾ ਨਾ, ਉਸ ਨੂੰ ਹੀ ਹਰੀਜਨ ਕਹਿੰਦੇ ਨੇ। ਸੋ ਲਫ਼ਜ਼ਾਂ ਨੂੰ
जे सही तरीके नाल वेखोगे, सही दिशा वालों वेखोगे तो सोहणे लगोगे, सियाणे लगोगे। ठीक है जी, इदां पढ़िया करो, पल्यूट नहीं करना आपां कोई भी लफज। हुण इहदे विच जिहड़ा डी ऑप्शन तुसीं सारिआं ने लिख दिता, ये भी नहीं आऊगा, ये भी नहीं आऊगा ते ये भी नहीं आऊगा। रंग अपने आप दे एक पूरा लफज आ। हेठ लिखे विकल्पां विचों ਇਹ ਜਿਹੜੇ ਨੇ मैं ਤੁਹਾਡੇ ਲਈ ਲੈ ਕੇ ਆਇਆ ਮੁਹਾਵਰੇ, ਜਿਹੜੇ ਅੱਗੇ ਸੰਭਾਵਨਾ ਪੁੱਛੇ ਜਾਣ ਦੀ, ਉਹ ਸੀ ਜਿਹੜੇ ਆਪਾਂ ਪਿਛਲ ਝਾਤ ਮਾਰੀ ਆ ਪੇਪਰਾਂ ਦੀ। ਇਹ ਨੇ ਨਵਿਆਂ ਦਾ ਵੀ ਵੇਖਦੇ ਆ ਵੀ ਤੁਸੀਂ ਕਿੰਨੇ ਕੁ ਅਪਡੇਟ ਹੋ, ਕਿੰਨੇ ਕੁ ਨਵੇਂ ਮੁਹਾਵਰੇ ਤੁਹਾਨੂੰ ਆਉਂਦੇ ਨੇ, ਅਖਾਣ ਆਉਂਦੇ ਨੇ। ਹੇਠ ਲਿਖੇ ਵਿਕਲਪਾਂ ਵਿੱਚੋਂ ਅਲਖ ਮੁਕਾਉਣੀ सी खत्म करना, बिल्कुल जी, बुरा करना नहीं आऊगा, हंकार भनना नहीं आऊगा, कोई नहीं आऊगा। किसी वड्डे काम नूं इक्को वारी खत्म करन दी कोशिश लई किहड़े मुहावरे दा प्रयोग होवेगा। तुहानूं दस्सिआ ना मुहावरा 3 तरीके नाल आऊगा, पुछया जाऊगा। एक लफज दिता होऊगा, अगे ब्लैंक दिती होऊगी। हुण इहदे विच आपां मुहावरा दसना है ते पहले च की सी मुहावरा दिता सी, अर्थ दसना। इक्को डगे पिंड मंगना, शाबाश, वैरी गुड। जे तुसी यूज़ करदे हो तो होर भी मुहावरे ने जिहड़े यूज़ करया करो, सोहणे लगोगे। एक मुठ होना नहीं, एक मुठ होना चाहिए। क्यों? क्योंकि बंद मुट्ठी 'ਚ ताकत होंदी आ। ज्यों-ज्यों कंबली भिजदी है त्यों-त्यों भारी होंदी है। ठीक है जी, कड़ी का उबाल नहीं बनना भी थोड़े देर लिए मोटीवेट होए तो मुड़ के फिर दुध की जिहड़ी दुध के उबाल वांगू आपां फिर ठंडे हो गए। सो मोटीवेशन जदों लैंदे हो तो उहनूं बरकरार रखिया करो। तुहानूं दस्सिआ जिहड़ी मानसिक ऊर्जा है ना, वो मकसद तो आउंदी हुंदी है। किसे गलाकड़ की हुंदा है जिहड़ा बहुत गल्लां करे। ठीक है, बोली जाए उन्होंने गलाकड़ कहने आ। नूं चुप रहन लई प्रेरणा देनी होवे तां किहड़ी अखाण वरती जाती है। हुण देखो इहदे विच अखाण भी उस तरीके नाल पुछिआ भी आपां इहदा अखाण दसना की बनदा, दसो। हाँ जी, पिंड वसिया नहीं मंगते पहलां आ गए। हाँ जी, एक चुप 100 सुख। इट चुकदे नूं पत्थर तैयार, बिल्कुल नहीं आएगा। ईद पिछों तंबा फूकना है, ये भी नहीं आऊगा। एक चुप 100 सुख, ये सही उत्तर है। अन्नी कुकड़ी खसखस दा चोगा। ठीक है जी, हुण कुकड़ी जिहड़ी अन्नी है, हुण जिन्नूं पता ही नहीं हैगा भी कि सी सैट की हुंदा है, वो जानकारी लई जावे, ओहदे लई फिर लग जांदा भी अन्नी कुकड़ी खसखस दा चोगा। जिहड़ी कुकड़ी अन्नी है उन्होंने की पता भी मेरे अगे की पिया की नहीं पिया, उन्होंने पता ही नहीं लगना हैगा भी मैं की खा रही हाँ की नहीं खा रही। रोड़े पा दिओ, दाने पा दिओ, कुछ पा दिओ, उन्होंने कुछ नहीं पता। सो बी अवेयर, अवेयरनैस दे नाल चलना है आपां। पजल नहीं होना, समझ के चलनी कली कली चीज़ आपां। तुसी यूट्यूब दे उत्ते पंजाब सक्सैस ट्री चैनल दे उत्ते जुड़ सकते हो। अगला जिहड़ा लैक्चर आ उहदे विच अनडिठे पैरे होणगे, बहुत डीपली गल्लां नूं समझाया जाऊगा, कीवर्ड्स दे थ्रू आंसर कराया जाऊगा। एक बारी जे कर लोगे दोबारा नहीं लोड़ करनी बार बार। बहुत पुछे जाते हैं अनडिठे पैरे ते बड़े ही इंपोर्टेंट होणगे। जिहड़ा लैवल होऊगा ना हुण मुहावरियां दा तुसीं चैक करियो भी किन्ना हाई लैवल लैके आऊँगा मैं। जिन्हां नूं ते सौखा लगदा सीगा भी लै ये की सीगा, उन्हां दी हुण सारी जिहड़ी समझ आ वो बदलनी पऊगी। औखे सवाल आउणगे, सोहणे सवाल आउणगे, तुहाडे जिहड़े ज्ञान च वाधा कीता जाऊगा, सौखियां कीता जाऊगा तुहानूं। ठीक है जी, दिओ इजाज़त। सत श्री अकाल, खुदा हाफिज़।